सत श्री अकाल जी, स्वागत करते हैं सारे दर्शकों का एक बार फिर तो अपने इस मंच के उत्ते इस शो के उत्ते और हर बार की तरह एक बार फिर तो एक वीज़ा एक्सपर्ट ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਜੁੜੇ ਨੇ ਤ੍ਰਿਵੇਦੀ ਓਵਰਸੀਜ਼ ਤੋਂ ਸੁਕਾਂਤ ਨੈਣ ਤ੍ਰਿਵੇਦੀ ਜੀ। ਸੋ ਤ੍ਰਿਵੇਦੀ ਓਵਰਸੀਜ਼ ਦੀ ਗੱਲ ਕਰ ਲਈਏ ਤੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਨੂੰ ਲੈ ਕੇ ਮੁਹਾਰਤ ਰੱਖਦੇ ਨੇ, ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ ਮੁਹਾਰਤ ਰੱਖਦੇ ਨੇ, ਯੂਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਮੁਹਾਰਤ ਰੱਖਦੇ ਨੇ। ਬਹੁਤ ਸਾਰੀ ਯੂਨੀਵਰਸਿਟੀ ਸਿੱਧੇ ਤੌਰ ਤੇ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ। ਇਹੀ ਕਾਰਨ ਹੈ ਇਹ ਰਿਜ਼ਲਟ ਚੰਗੇ ਨੇ। ਆਸਟ੍ਰੇਲੀਆ ਦੀ ਖਬਰ ਆਈ ਕਿ ਆਸਟ੍ਰੇਲੀਆ शुरू हो गया है, फ्लाइट्स ओपन हो गए हैं। ਜਿਹੜੇ ਬੱਚੇ ਕਾਫੀ ਸਮੇਂ ਤੋਂ ਸਟਕ ਸੀ ਇੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਹੁਣ ਟਰੈਵਲ ਕਰ ਪਾਉਣਗੇ। ਸੋ ਇਸ ਟਰੈਵਲ ਉਮੀਦ ਦੇ ਨਾਲ ਬੱਚਿਆਂ ਦੀ ਵੀਜ਼ਿਆਂ ਦੀ ਉਮੀਦ ਵੀ ਵੱਧ ਗਈ ਹੈ, ਐਪਲੀਕੇਸ਼ਨ ਦੀ ਉਮੀਦ ਵੀ ਵੱਧ ਗਈ ਹੈ। ਸੋ ਕਿਹੜੇ ਬੱਚੇ ਹੁਣ ਟਰੈਵਲ ਕਰ ਪਾਉਣਗੇ, ਕੌਣ ਆਸਟ੍ਰੇਲੀਆ 'ਚ ਐਡਮਿਸ਼ਨ ਲੈ ਪਾਊਗਾ, ਪ੍ਰੋਫਾਈਲ ਕੀ ਚਾਹੀਦਾ, ਉਸ ਬਾਰੇ ਚਰਚਾ ਕਰਾਂਗੇ ਇਸ ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਟੀਵੀ ਸਕਰੀਨ ਤੇ ਅਸੀਂ ਨੰਬਰ ਚਲਾ ਚੁੱਕੇ ਹਾਂ 9216 355 355 9216 355 355 9216 355 355 ਨੰਬਰ ਤੇ ਕਾਲ ਕਰਕੇ ਤੁਸੀਂ ਲਾਈਵ ਸਵਾਲ ਪੁੱਛ ਸਕਦੇ ਹੋ। ਜੇਕਰ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ, ਸਿੰਗਲ ਜਾਣਾ ਚਾਹੁੰਦੇ ਹੋ, ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਤ੍ਰਿਵੇਦੀ ਓਵਰਸੀਜ਼ ਤੋਂ ਸੁਕਾਂਤ ਨੈਣ ਤ੍ਰਿਵੇਦੀ ਸਾਡੇ ਨਾਲ ਹਾਜ਼ਰ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ। ਤੁਸੀਂ ਵੀ ਸਿੱਧੇ ਤੌਰ ਤੇ ਸਵਾਲ ਪੁੱਛ ਸਕਦੇ ਹੋ। ਫੋਨ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਤ੍ਰਿਵੇਦੀ ਸਾਹਿਬ ਬਹੁਤ ਸਵਾਗਤ ਹੈ। ਥੈਂਕ ਯੂ ਮਨੀਸ਼ ਜੀ, ਔਰ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। जी सो त्रिवेदी साहब देर आए पर दुरुस्त आए। फाइनली जी घड़ी आ गई ਉਹ ਜੀ ਜਿਸ ਚੀਜ਼ ਦੀ ਅਸੀਂ ਵੇਟ ਕਰ ਰਹੇ ਸੀ ਬਹੁਤ ਦੇਰ ਤੋਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਅਨਾਉਂਸਮੈਂਟ ਹੋ ਗਈ ਹੈ ਕਿ 1 ਦਸੰਬਰ ਤੋਂ ਕੋਈ ਵੀ ਟਰੈਵਲ ਐਗਜ਼ੈਂਪਸ਼ਨਸ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਸਟੂਡੈਂਟਸ ਕੈਨ ਫਲਾਈ ਇਨ, ਵਰਕ ਵੀਜ਼ਾ ਹੋਲਡਰਸ ਕੈਨ ਫਲਾਈ ਇਨ, ਪੇਰੈਂਟਸ ਆਫ ਪੀਆਰ ਐਂਡ ਸਿਟੀਜ਼ਨਸ ਕੈਨ ਫਲਾਈ ਇਨ। ਇੱਕੋ ਹੀ ਰਹਿ ਗਿਆ ਹੁਣ ਟੂਰਿਸਟ ਵੀਜ਼ਾ ਕਦੋਂ ਖੋਲ੍ਹਦੇ, ਇਟਸ ਮੈਟਰ ਆਫ ਟਾਈਮ ਓਨਲੀ। ਸੋ ਇਸ ਵੇਲੇ ਸਾਡੇ ਕੋਲ ਵਿਕਟੋਰੀਆ, ਨਿਊ ਸਾਊਥ ਵੇਲਸ ਔਰ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜਿਹਨੂੰ ਕਿ ਕੈਨਬਰਾ ਕਹਿੰਦੇ ਆ, ਇੱਥੇ ਅਸੀਂ ਟਰੈਵਲ ਕਰਨ ਜਾ ਰਹੇ ਹਾਂ, ਇੱਥੇ ਫਲਾਈ ਇਨ ਕਰ ਰਹੇ ਹਾਂ। ਕਿਸੇ ਵੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਕੋਲ 2 ਵੈਕਸੀਨੇਸ਼ਨ ਹੋਣੀਆਂ ਚਾਹੀਦੀਆਂ ਨੇ। ਐਂਡ ਅੱਛੀ ਗੱਲ ਕੀ ਹੈ ਕਿ ਡੇ 1 ਤੋਂ ਕੋਵੈਕਸਿਨ ਨੂੰ ਆਸਟ੍ਰੇਲੀਆ ਨੇ ਮਨਜ਼ੂਰੀ ਦੇ ਦਿੱਤੀ ਹੈ। ਸੋ ਜਿਹੜੇ ਸਟੂਡੈਂਟਸ ਨੇ ਕੋਵੈਕਸਿਨ ਲਗਵਾਈ ਹੈਗੀ ਆ ਉਹਨਾਂ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇੱਕ ਹਫ਼ਤਾ ਪਹਿਲੇ ਤੁਹਾਡੀ ਸੈਕਿੰਡ ਵੈਕਸੀਨੇਸ਼ਨ ਲੱਗੀ ਹੋਵੇ, ਫਲਾਈਟ ਤੋਂ 72 ਆਵਰਸ ਬਿਫੋਰ RT-PCR ਟੈਸਟ ਕਰਾਣਾ। ਕੋਈ ਹੋਰ ਇਸ਼ੂ ਕੁਝ ਵੀ ਨਹੀਂ, ਕੋਈ ਪਰਮਿਸ਼ਨਸ ਨਹੀਂ, ਕੋਈ ਕੁਆਰੰਟਾਈਨ ਨਹੀਂ, ਨਥਿੰਗ। ਆਸਟ੍ਰੇਲੀਆ ਹੈਜ਼ ਓਪਨਡ ਅਪ ਫੁੱਲੀ। ਬਹੁਤ ਵੱਡੀ ਆਸਟ੍ਰੇਲੀਆ ਨੇ ਕਹਾ ਜਿਹੜੀ ਨਿਊਜ਼ ਨਿਕਾਲੀ ਹੈਗੀ। ਐਂਡ ਦਿਸ ਇਜ਼ ਗੋਨਾ ਬੈਨੀਫਿਟ ਸੋ ਮੈਨੀ ਆਫ ਆਵਰ ਸਟੂਡੈਂਟਸ, ਸਪੈਸ਼ਲੀ ਜਿਹੜੇ ਕਿ ਸਟਕ ਅਪ ਸੀਗੇ ਇੱਥੇ। ਮਾਰਚ 2020 ਤੋਂ ਜਦ ਆਸਟ੍ਰੇਲੀਆ ਬੰਦ ਹੈ, ਬੜੇ ਸਾਰੇ ਸਟੂਡੈਂਟਸ ਆਪਣੇ ਘਰਾਂ 'ਚ ਮਿਲਣ ਆਏ ਸੀ। ਲੋ ਜੀ ਕਾਲਸ ਵੀ ਆ ਗਈਆਂ ਜੀ। ਬੜੇ ਸਾਰੇ ਸਟੂਡੈਂਟਸ ਇੱਥੇ ਮਿਲਣ ਆਏ ਸੀ ਆਪਣੀ ਫੈਮਲੀਜ਼ ਨੂੰ, ਉਹ ਸਟਕ ਅਪ ਹੋ ਗਏ ਇੱਥੇ, ਉਹ ਵੀ ਵਾਪਸ ਜਾ ਸਕਦੇ ਹੁਣ। ਜਿਹੜੇ ਪਿਛਲੇ 1.5 ਸਾਲ ਦੇ ਸਟੂਡੈਂਟਸ ਦੇ ਵੀਜ਼ਾਸ ਅਸੀਂ ਲਵਾਏ, ਪਿਛਲੇ 1.5 ਸਾਲ ਆਸਟ੍ਰੇਲੀਆ ਬੰਦ ਸੀਗਾ, ਟਰੈਵਲ ਬੰਦ ਸੀਗਾ, ਵੀਜ਼ਾਸ ਲੱਗ ਰਹੇ ਸੀ। ਅੱਛਾ ਤ੍ਰਿਵੇਦੀ ਸਾਹਿਬ, ਬਹੁਤ ਸਾਰੇ ਬੱਚੇ ਐਸੇ ਵੀ ਹੋਣਗੇ ਜਿਨ੍ਹਾਂ ਦੇ ਆਲਰੇਡੀ ਸਟੱਡੀਜ਼ ਵੀ ਖਤਮ ਹੋ ਗਈਆਂ ਹੋਣਗੀਆਂ ਇੱਥੇ। ਵੈਲ देयर आर ए few, not ਬਹੁਤ ਸਾਰੇ ਨਹੀਂ, ਬਹੁਤ ਘੱਟ ਨੇ, ਬਿਕੋਜ਼ ਸਟੂਡੈਂਟਸ ਨੇ ਡੈਫਰ ਕੀਤਾ। ਕਿਸੇ ਨੇ 1 ਸਮੈਸਟਰ ਕੰਪਲੀਟ ਕੀਤਾ, ਕਿਸੇ ਨੇ ਕੁਝ ਸਬਜੈਕਟਸ ਕੰਪਲੀਟ ਕੀਤੇ ਨੇ। ਪੂਰੀ ਪੜ੍ਹਾਈ ਖਤਮ ਉਹਨਾਂ ਦੀ ਹੋਈ ਜਿਹੜੇ ਇੱਥੇ ਆ ਕੇ ਸਟਕ ਅਪ ਸੀਗੇ। ਸੋ ਉਹਨਾਂ ਲਈ ਹੁਣ 485 ਵੀਜ਼ਾ ਅਪਲਾਈ ਕਰਨਗੇ ਉਹ, ਜਿਹੜਾ ਕਿ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਟ ਵਰਕ ਰਾਈਟਸ ਮਿਲਦੇ ਨੇ। ਇੱਕ ਜਿਹੜੀ ਚੀਜ਼ ਜ਼ਰੂਰ ਇੱਕ ਲੜ ਬਣ ਲਓ ਵੀ ਆਸਟ੍ਰੇਲੀਆ ਨੇ ਵਾਰੇ ਨਿਆਰੇ ਕਰਾਣੇ ਨੇ। ਆਸਟ੍ਰੇਲੀਆ ਨੂੰ ਇਸ ਲਈ ਸ਼ਾਰਟੇਜ ਹੈਗੀ ਆ ਕੰਮ ਕਰਨ ਵਾਲੇ ਲੋਕਾਂ ਦੀ, ਸਟੂਡੈਂਟਸ ਦੀ ਬਹੁਤ ਵੱਡੇ ਪੱਧਰ ਤੇ ਆਸਟ੍ਰੇਲੀਆ 'ਚ ਸ਼ਾਰਟੇਜ ਹੈਗੀ ਆ। ਇਸ ਵੇਲੇ ਤੁਸੀਂ ਆਰਟੀਕਲਸ ਪੜ੍ਹ ਹੀ ਰਹੇ ਹੋਵੋਗੇ, ਈਵਨ ਡਿਸ਼ ਵਾਸ਼ਰਸ ਆਰ ਐਕਸਪੈਕਟਿੰਗ $40 to $50 ਪਰ ਆਵਰ ਜੀ। ਮਤਲਬ ਬਰਤਨ ਧੋਣ ਦੇ 2500 ਤੋਂ 3000 ਰੁਪਏ ਮਿਲ ਰਹੇ ਜੀ ਇਸ ਵੇਲੇ ਜੀ। ਸੋ ਕਾਲਰ ਸਾਡੇ ਸ਼ੁਰੂ ਹੋ ਚੁੱਕੇ ਨੇ ਔਰ ਇੰਪੋਰਟੈਂਟ ਕਾਲਸ ਨੇ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸਵਾਗਤ ਹੈ ਜੀ, ਨਾਮ ਦੱਸੋ ਆਪਣਾ। ਰਮਨਦੀਪ ਸਰ ਗੱਲ ਕਰ ਰਿਹਾ ਮੈਂ। ਰਮਨਦੀਪ ਜੀ ਕਿੱਥੋਂ ਬੋਲ ਰਹੇ ਹੋ? ਸਰ ਲੁਧਿਆਣੇ ਤੋਂ ਜੀ। ਸਵਾਲ ਪੁੱਛੋ ਜਲਦੀ ਨਾਲ। ਸਰ ਮੇਰਾ +2 ਪਾਸ 2019 ਚ ਕੀਤੀ ਹੋਈ ਆ। ਠੀਕ ਹੈ। ਤੇ ਸਰ ਕੈਨੇਡਾ ਤੇ USA ਤੋਂ ਰਿਫਿਊਜ਼ ਹੋਇਆ ਹੋਇਆ। ਰਮਨ ਕੀ ਸਬਜੈਕਟਸ +2 ਕੀਤੀ ਹੋ ਸੀ? ਸਰ ਆਰਟਸ ਕੀਤੀ ਹੈ। ਓਕੇ, ਐਂਡ ਆਰਟਸ ਦੇ ਸਬਜੈਕਟ ਕੀ ਸੀਗੇ? ਸਰ ਉਹ ਚ ਇਕਨੋਮਿਕਸ ਪੜ੍ਹੀ ਸੀਗੀ ਤੁਸੀਂ? ਨਹੀਂ ਸਰ, ਇਕਨੋਮਿਕਸ ਨਹੀਂ ਸੀ। ਓਕੇ, ਤਾਂ ਆਇਲਟਸ ਦਾ ਕੀ ਸਕੋਰ ਹੈਗਾ? ਆਇਲਟਸ ਸਕੋਰ ਸਰ ਮੇਰਾ ਹੈਗਾ 6 ਓਵਰਆਲ, 5.5 2 ਚ ਹੈ। ਓਕੇ, ਤੇ ਕੈਨੇਡਾ ਔਰ US ਦੋਨੋਂ ਜਗ੍ਹਾ ਤੋਂ ਰਿਫਿਊਜ਼ ਹੈਗੇ ਹੋ? ਹਾਂਜੀ ਸਰ, ਤੇ ਮੈਂ ਉਹੀ ਆਸਟ੍ਰੇਲੀਆ ਦਾ ਪੁੱਛਣਾ ਸੀਗਾ, ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀਗਾ। ਤੇ ਦੇਖੋ +2 ਤੁਸੀਂ ਆਰਟਸ ਕੀਤੀ ਹੈ, ਜਿਸ ਤਰ੍ਹਾਂ ਇਹਨਾਂ ਨੇ ਕੀਤਾ ਆਰਟਸ ਕੀਤੀ ਹੈ, 2019 ਚ ਪਾਸ ਆਊਟ ਸੀਗੇ, ਐਂਡ ਕੈਨੇਡਾ ਔਰ US ਦੋਨੋਂ ਥਾਂ ਤੋਂ ਰਿਫਿਊਜ਼ ਹੈਗੇ ਆ।
ਬਿਕਾਜ਼ ਯੂਐਸ ਵੀ ਬਹੁਤ ਲੋਕਾਂ ਨੇ ਨਾ ਇਸ ਕਰਕੇ ਅਪਲਾਈ ਕਰਤਾ ਵੀ ਐਡ ਬੜਾ ਆ ਰਿਹਾ ਸੀ ਕੈਨੇਡਾ ਦਾ ਰਿਫਿਊਜ਼ ਹੋ ਯੂਐਸ ਚਲ ਜਾਓ, ਬਟ ਯੂਐਸ ਵੀ ਸਾਰਿਆਂ ਨੂੰ ਸਕਸੈਸ ਨਹੀਂ ਮਿਲੀ ਹੈਗੀ ਹੈ। ਵੁੱਡ ਹੈਵ ਬੀਨ ਅ ਪਰਫੈਕਟ ਪ੍ਰੋਫਾਈਲ ਜੇ ਇਹਨਾਂ ਨੇ ਇਕਨੋਮਿਕਸ ਕੀਤੀ ਹੁੰਦੀ। ਪੋਲੀਟੀਕਲ ਸਾਇੰਸ ਔਰ ਹਿਸਟਰੀ ਦੇ ਨਾਲ ਆਪਾਂ 12ਵੀਂ ਕੀਤੀ ਹੈਗੀ ਹੈ, ਇਹਨਾਂ ਸਬਜੈਕਟਸ ਨਾਲ ਭੁੱਲ ਕੇ ਵੀ ਆਸਟ੍ਰੇਲੀਆ ਦਾ ਵੀਜ਼ਾ ਨਾ ਅਪਲਾਈ ਕਰਿਓ। ਯੂ ਵਿਲ ਲੂਜ਼ ਮਨੀ, ਯੂ ਵਿਲ ਲੂਜ਼ ਹੋਪ, ਯੂ ਵਿਲ ਲੂਜ਼ ਮਨੀ, ਯੂ ਲੂਜ਼ ਟਾਈਮ। ਸੋ ਇੱਕ ਸਬਜੈਕਟ ਇਹਨਾਂ ਕੋਲ ਜੇ ਕਿਤੇ ਇਕਨੋਮਿਕਸ ਹੁੰਦਾ, ਸਾਈਕੋਲੋਜੀ ਹੁੰਦੀ, ਸੋਸ਼ੀਓਲੋਜੀ ਹੁੰਦੀ, ਇਹਨਾਂ 'ਚ ਕੋਈ ਇੱਕ ਵੀ ਸਬਜੈਕਟ ਹੁੰਦਾ। ਉਹਨੇ ਕਿਹਾ ਮੈਥਮੈਟਿਕਸ ਮੈਥਸ ਸੌਰੀ ਫਿਰ ਮੈਂ ਸੁਣ ਨਹੀਂ ਪਾਇਆ ਸੀਗਾ। ਸੋ ਮੈਥਸ ਨਾਲ देयर विल बी plenty of opportunities। ਇਹ +2 ਤੋਂ ਬਾਅਦ ਜ਼ਰੂਰ ਜਾ ਸਕਦੇ ਨੇ। 2019 ਤੋਂ ਬਾਅਦ there are some universities ਜਿਹੜੀਆਂ ਆਫਰ ਕਰ ਰਹੀਆਂ ਨੇ ਤੁਹਾਨੂੰ ਐਡਮਿਸ਼ਨ। there are many private colleges ਜਿਹੜੇ ਡਿਗਰੀ 'ਚ ਵੀ ਦਾਖਲਾ ਦੇ ਦੇਣਗੇ, ਡਿਪਲੋਮਾਸ ਵਿੱਚ ਵੀ ਦੇ ਦੇਣਗੇ। ਹੁਣ ਇੱਥੇ ਮਨੀਸ਼ ਜੀ ਇੱਕ ਗੱਲ ਦੇਖਣ ਵਾਲੀ ਹੈਗੀ ਵੀ ਕੈਨੇਡਾ ਦੀ ਆਪਾਂ ਜਦੋਂ ਗੱਲ ਕਰਦੇ ਸੀ ਨਾ, ਬਿਕਾਜ਼ ਆਸਟ੍ਰੇਲੀਆ ਥੋੜਾ ਜਿਹਾ ਰਿਵਾਈਜ਼ ਕਰਨਾ ਪੈਣਾ ਸਾਰਿਆਂ ਨੂੰ, ਭੁੱਲ ਗਏ ਥੋੜਾ ਜਿਹਾ, ਸਟੂਡੈਂਟਸ ਵੀ ਭੁੱਲ ਗਏ ਨੇ, ਏਜੰਟਸ ਤੇ ਕਾਫੀ ਸਾਰੇ ਬਹੁਤ ਭੁੱਲੇ ਬੈਠੇ ਨੇ। ਕੈਨੇਡਾ ਦੇ ਤੁਸੀਂ ਪ੍ਰਾਈਵੇਟ ਕਾਲਜ ਜਾਂਦੇ ਆ, ਤੁਹਾਨੂੰ ਵਰਕ ਰਾਈਟਸ ਨਹੀਂ ਮਿਲਦੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਜੀ। ਇਟਸ ਨਾਟ ਦ ਸੇਮ ਇਨ ਆਸਟ੍ਰੇਲੀਆ। ਤੁਸੀਂ ਆਸਟ੍ਰੇਲੀਆ 'ਚ ਡਿਗਰੀ ਕਰ ਰਹੇ ਹੋ, ਚਾਹੇ ਪ੍ਰਾਈਵੇਟ ਕਾਲਜ ਤੋਂ ਕਰ ਰਹੇ ਹੋ, ਚਾਹੇ ਸਰਕਾਰੀ ਯੂਨੀਵਰਸਿਟੀ ਤੋਂ ਕਰ ਰਹੇ ਹੋ, ਤੁਹਾਡੇ ਪੋਸਟ ਗ੍ਰੈਜੂਏਟ ਵਰਕ ਰਾਈਟਸ ਉਹੀ ਰਹਿਣੇ ਨੇ। ਸੋ ਮੈਲਬਨ, ਸਿਡਨੀ, ਬ੍ਰਿਸਬੇਨ ਦੇ ਵਿੱਚ ਕਰ ਰਹੇ ਹੋ 2 ਸਾਲ ਦੇ ਮਿਲਣੇ ਨੇ, ਰੀਜਨਲ ਸੈਂਟਰਸ ਕਰ ਰਹੇ ਹੋ 3 ਸਾਲ ਦੇ ਮਿਲਣੇ ਨੇ, ਰੀਜਨਲ ਏਰੀਆ 'ਚ ਕਰ ਰਹੇ ਹੋ 4 ਸਾਲ ਦੇ ਵਰਕ ਰਾਈਟਸ ਤੁਹਾਨੂੰ ਮਿਲਣੇ ਹੀ ਮਿਲਣੇ ਨੇ, ਚਾਹੇ ਪ੍ਰਾਈਵੇਟ ਕਾਲਜ ਤੋਂ ਕਰ ਰਹੇ ਹੋ। ਦੂਸਰੀ ਗੱਲ, ਅਸੀਂ ਦੇਖਿਆ ਕਿਊਬੈਕ ਦੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਕੈਨੇਡਾ 'ਚ, ਪ੍ਰਾਈਵੇਟ ਕਾਲਜਸ ਹੋਰ ਵੀ ਨੁਕਸਾਨ ਹੋਏ ਨੇ। ਆਸਟ੍ਰੇਲੀਆ ਆਪਣੇ ਪ੍ਰਾਈਵੇਟ ਐਜੂਕੇਸ਼ਨ ਸੈਕਟਰ ਦੀ ਵੀ ਗਰੰਟੀ ਲੈ ਕੇ ਚੱਲਦਾ। ਸੋ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਨੂੰ ਫੀਸ ਭੇਜ ਰਹੇ ਹੋ, ਪ੍ਰੋਪਰ ਚੈਨਲ ਤੋਂ ਭੇਜ ਰਹੇ ਹੋ, ਸੀਓ ਹੀ ਤੁਹਾਡੇ ਕੋਲ ਆਈ ਹੋਈ ਹੈ, ਉਸ ਫੀਸ ਦੀ ਜ਼ਿੰਮੇਵਾਰੀ ਆਸਟ੍ਰੇਲੀਆ ਦੀ ਗਵਰਨਮੈਂਟ ਦੀ ਹੈਗੀ ਹੈ। ਕੱਲ ਨੂੰ ਕਾਲਜ ਬੰਦ ਹੋ ਜਾਂਦਾ, ਬੈਂਕਰਪਟ ਹੋ ਜਾਂਦਾ, ਕੁਝ ਵੀ ਹੈ, ਉਹ ਰਿਸਪੌਂਸਿਬਿਲਿਟੀ ਲਾਈਜ਼ ਵਿਦ ਦ ਆਸਟ੍ਰੇਲੀਅਨ ਗਵਰਨਮੈਂਟ ਵਿਚ ਇਜ਼ ਬਿਲਕੁਲ ਜੀ। ਸੋ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਨੇ। ਬਾਕੀ ਦਰਸ਼ਕਾਂ ਨੂੰ ਦੱਸਾਂਗੇ ਕਿ ਜੇਕਰ ਤੁਸੀਂ ਲਾਈਵ ਸਵਾਲ ਪੁੱਛਣਾ ਚਾਹੁੰਦੇ ਹੋ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ, ਆਸਟ੍ਰੇਲੀਆ ਓਪਨ ਹੋ ਚੁੱਕਾ ਹੈ, ਬੱਚੇ ਟਰੈਵਲ ਵੀ ਕਰਨਾ ਸ਼ੁਰੂ ਕਰ ਗਏ ਨੇ, ਆਸਟ੍ਰੇਲੀਆ ਲੈ ਕੇ ਸਵਾਲ ਪੁੱਛ ਸਕਦੇ। 9216 355 355 ਨੰਬਰ ਤੇ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? जी मैं अमन बोल रही हूँ फिरोजपुर तो। ਅਮਨ ਜੀ ਸਵਾਗਤ ਕਰਦੇ ਹਾਂ, ਸਵਾਲ ਪੁੱਛੋ। मैं ग्रेजुएशन की 2017 ਵਿੱਚ ਤੇ ਮੇਰੇ ਪੀਟੀ ਵਿੱਚ 60 ਨੰਬਰ ਨੇ। 60 ਹਾਂਜੀ 60% ਨੇ। Okay ਜੀ। ਮੈਂ ਆਪਣੇ ਸਪਾਊਸ ਨਾਲ ਆਸਟ੍ਰੇਲੀਆ ਜਾਣਾ। ਗ੍ਰੈਜੂਏਸ਼ਨ ਤੋਂ ਬਾਅਦ ਕਿਤੇ ਜੌਬ ਕਰ ਰਹੇ ਹੋ ਅਮਨ ਸੀ? ਹਾਂਜੀ ਜੌਬ ਕਰ ਰਹੇ ਗ੍ਰੈਜੂਏਸ਼ਨ ਤੋਂ ਬਾਅਦ? ਹਾਂਜੀ। ਸੈਲਰੀ ਅਕਾਊਂਟ 'ਚ ਆ ਰਹੀ ਕਿ ਕੈਸ਼ ਇਨ ਹੈਂਡ ਹੈ? ਕੈਸ਼ ਇਨ ਹੈਂਡ ਹੈ। ਠੀਕ ਹੈ ਜੀ। ਦੇਖੋ ਜਿਹੜੇ ਸਪਾਊਸ ਕੇਸਿਸ ਸੀਗੇ ਕੈਨੇਡਾ ਨੇ ਤੇ ਆਪਣੇ ਹੱਥ ਤਕਰੀਬਨ ਖੜੇ ਕਰ ਲਏ ਜੀ। ਸਪਾਊਸ ਕੇਸਿਸ ਤੋਂ ਤਕਰੀਬਨ 1.25 ਸਾਲ 1.5 ਸਾਲ ਹੋ ਗਿਆ ਸਪਾਊਸ ਵਾਲਿਆਂ ਦੇ ਵੀਜ਼ਾਸ ਨਹੀਂ ਆ ਰਹੇ, ਜਿਹੜੇ ਓਪਨ ਵਰਕ ਪਰਮਿਟ ਸੀ ਜੀ, ਓਪਨ ਵਰਕ ਪਰਮਿਟ ਜਿਹਨੂੰ ਕਹਿੰਦੇ, ਉਹ ਵੀਜ਼ਾਸ ਨਹੀਂ ਆ ਰਹੇ ਨੇ। ਯੂਕੇ ਬੜੀ ਵੱਡੀ ਗਿਣਤੀ 'ਚ ਸਟੂਡੈਂਟਸ ਗਏ ਨੇ, ਯੂਕੇ ਨੇ ਸੰਭਾਲਿਆ ਵੀ ਹੈ। ਸੋ ਆਈ ਐਪਰੀਸ਼ੀਏਟ ਯੂਕੇ ਨੇ ਬਹੁਤ ਵਧੀਆ ਤਰੀਕੇ ਨਾਲ ਸਟੂਡੈਂਟਸ ਨੂੰ, ਸਪਾਊਸਸ ਨੂੰ, ਉੱਥੇ ਜੌਬਸ ਵੀ ਬੜੀਆਂ ਵਧੀਆ ਮਿਲੀਆਂ। ਡੇ 1 ਤੋਂ ਫੁੱਲ ਟਾਈਮ ਵਰਕ ਪਰਮਿਟ ਰਾਈਟ ਸੀਗੇ ਬੱਚਿਆਂ ਦੇ ਕੋਲ, ਪੜ੍ਹਾਈ ਤੋਂ ਬਾਅਦ ਵੀ 2-2 ਸਾਲ ਦੇ ਵਰਕ ਪਰਮਿਟਸ ਮਿਲੇ ਨੇ। ਆਸਟ੍ਰੇਲੀਆ as always is very welcoming for spouses, for families। ਤੁਹਾਡੇ ਬੱਚੇ ਆ ਉਹ ਵੀ ਨਾਲ ਜਾ ਸਕਦੇ ਹੈਗੇ ਆ। ਸੋ ਜਿਸ ਤਰ੍ਹਾਂ 2017 ਚ ਇਹਨਾਂ ਨੇ ਦੱਸਿਆ she has been working after that, proofs ਲਗਾ ਕੇ ਦੋਨੋਂ ਹਸਬੈਂਡ ਵਾਈਫ ਦਾ 60 ਇਹਨਾਂ ਦਾ ਪੀਟੀ ਦਾ ਸਕੋਰ ਹੈ, that means overall 6.5 ਦੇ ਬਰਾਬਰ ਹੈਗਾ। so she can easily apply in a good university and visas I tell you, ਨੋਟ ਕਰ ਲਓ ਜੀ ਮੇਰੀ ਗੱਲ, ਆਸਟ੍ਰੇਲੀਆ ਦੇ ਵੀਜ਼ਾਸ ਦੀ ਝੜੀ ਲੱਗਣ ਵਾਲੀ ਹੈਗੀ ਹੈ। ਜੋ 1.5-2 ਸਾਲ ਦਾ ਇੰਤਜ਼ਾਰ ਸੀਗਾ, it is gonna end now and Australia is gonna grant visas। डिप्लोमास वास्ते वीजाज आएंगे, पर फाइल सोच समझ के एक एक्सपीरियंस कंसल्टेंट तो लगवाओगे तो सक्सेस के चांसेस अच्छे बनेंगे जी। सो त्रिवेदी साहब एक चीज होर दसो कि ਆਸਟ੍ਰੇਲੀਆ ਹੁਣ ਜਿਵੇਂ ਕਾਫੀ ਸਮੇਂ ਤੋਂ ਬੰਦ ਸੀ ਤੇ ਲੋਕ ਇਹੀ ਹੋਪ ਕਰ ਰਹੇ ਸੀ ਜਲਦੀ ਖੁੱਲ ਜੇ। ਚਲੋ ਆਖਿਰਕਾਰ ਆਸਟ੍ਰੇਲੀਆ ਓਪਨ ਹੋ ਗਿਆ ਜੀ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਸਟ੍ਰੇਲੀਆ ਦੀ ਝੜੀ ਲੱਗਣ ਵਾਲੀ ਹੈ, ਦੈਟ ਮੀਨਸ ਬਲਕ ਦੇ ਵਿੱਚ ਵੀਜ਼ਾਸ ਅਪਲਾਈ ਵੀ ਹੋਣਗੇ। ਹੁਣ ਚੰਗੇ ਕੰਸਲਟੈਂਟ ਦੇ ਨਾਲ ਬਲੈਕ ਸ਼ੀਪਸ ਵੀ ਹੋਣਗੇ ਇਸ ਮਾਰਕੀਟ ਦੇ ਵਿੱਚ। ਸੋ ਬੜੀ ਜਲਦੀ ਐਡ ਆਣਾ ਜੀ, ਸਾਰੇ ਫੀਸ ਵੀਜ਼ੇ ਤੋਂ ਬਾਅਦ ਪੈਕੇजेस ਐਂਡ ਆਲ ਦੈਟ ਆ ਜਾਣੇ ਬੜੀ ਜਲਦੀ। ਮੈਂ ਉਹੀ ਜਾਣਨਾ ਚਾਹੁੰਦਾ ਸੀ ਕਿ ਆਪਾਂ ਅੱਜ ਹੁਣ ਇਹ ਪਾਇਨੀਅਰ ਬਣ ਗਈ ਇੱਥੇ ਦੱਸ ਦਈਏ ਆ ਕਿ ਆਸਟ੍ਰੇਲੀਆ ਕੌਣ ਅਪਲਾਈ ਕਰ ਸਕਦਾ, ਕਿ ਸਟੱਡੀ ਗੈਪ ਚੱਲੂਗਾ, 5 ਬੈਂਡ 5.5 ਬੈਂਡ ਵਾਲੇ ਜਾਣਗੇ ਜਾਂ ਨਹੀਂ ਜਾਣਗੇ, ਕਿਉਂਕਿ ਐਡਾ ਆਉਣ ਵਾਲੇ ਦਿਨਾਂ 'ਚ। ਬਿਲਕੁਲ ਜੀ, ਬਿਨਾਂ ਬੈਂਡ ਤੋਂ ਵੀ ਆ ਜਾਣਗੇ ਜੀ। ਸੋ ਇੱਕ ਗੱਲ ਧਿਆਨ ਰੱਖਿਓ ਜੀ, ਜੇ ਤੁਸੀਂ ਆਰਟਸ ਸਬਜੈਕਟ ਵਿੱਚ, ਹਿਊਮੈਨਿਟੀਜ਼ ਵਿੱਚ ਆਪਣੀ +2 ਜਾਂ BA ਕੀਤੀ ਹੈ, ਤੁਹਾਡੇ ਕੋਲ ਕੋਈ ਐਕੈਡੈਮਿਕ ਸਬਜੈਕਟ ਨਹੀਂ ਹੈਗਾ। ਐਕੈਡੈਮਿਕ ਸਬਜੈਕਟ ਤੋਂ ਭਾਵ ਮੈਥਮੈਟਿਕਸ, ਇਕਨੋਮਿਕਸ, ਸਾਈਕੋਲੋਜੀ, ਸੋਸ਼ੀਓਲੋਜੀ, ਇਹਨਾਂ ਤੋਂ ਇਲਾਵਾ ਤੁਸੀਂ ਹਿਸਟਰੀ, ਪੋਲੀਟੀਕਲ ਸਾਇੰਸ, ਫਿਜ਼ੀਕਲ ਐਜੂਕੇਸ਼ਨ, ਪੰਜਾਬੀ ਇਲੈਕਟਿਵ, ਇੰਗਲਿਸ਼ ਇਲੈਕਟਿਵ, ਇਹਨਾਂ ਨਾਲ ਆਪਣੀ ਬੈਚਲਰਸ ਜਾਂ +2 ਕੀਤੀ ਹੈ, ਬਿਲਕੁਲ ਭੁੱਲ ਕੇ ਵੀ ਆਸਟ੍ਰੇਲੀਆ ਅਪਲਾਈ ਨਾ ਕਰਿਓ। ਬਿਕੋਜ਼ ਆਸਟ੍ਰੇਲੀਆ ਦੇ ਵਿੱਚ ਹਿਊਮੈਨਿਟੀਜ਼ ਨਾਲ ਸਕਸੈਸ ਰੇਟ ਬਹੁਤ ਘੱਟ ਹੈਗਾ। ਦੂਸਰੀ ਗੱਲ, ਤੁਹਾਡੀ +2 ਹੈਗੀ ਹੈ 2019 ਤੋਂ ਪੁਰਾਣੀ, 18 ਦੀ ਹੈ, 17 ਦੀ ਹੈ, 16 ਦੀ ਹੈ, ਵਿਚਕਾਰ ਕੁਝ ਨਹੀਂ ਕੀਤਾ ਹੋਇਆ।
ਇਸ ਚੱਕਰ 'ਚ ਨਾ ਪਈਓ, ਵੀਜ਼ਾ ਆਉਣ ਦੇ ਚਾਂਸਸ ਬਹੁਤ ਘੱਟ ਨੇ। ਪ੍ਰਾਈਵੇਟ ਕਾਲਜ ਦਾਖਲਾ ਜ਼ਰੂਰ ਹੋ ਜਾਏਗਾ, ਅੰਬੈਸੀ ਤੱਕ ਪਹੁੰਚੋਗੇ, ਆਸਟ੍ਰੇਲੀਆ ਨਹੀਂ ਪਹੁੰਚੋਗੇ। ਸੋ ਡੋਂਟ ਵੇਸਟ ਮਨੀ ਔਨ ਦੈਟ। 40-45 ਹਜ਼ਾਰ ਰੁਪਏ ਵੀਜ਼ਾ ਫੀਸ ਲੱਗ ਜਾਂਦੀ ਹੈਗੀ ਹੈ, ਕਰ ਕਰਾ ਕੇ ਲੱਖ ਸਵਾ ਲੱਖ ਨੂੰ ਤੁਹਾਨੂੰ ਐਪਲੀਕੇਸ਼ਨ ਪੈ ਜਾਂਦੀ ਹੈ, ਜੇ ਸਾਰੀ ਫੀਸ ਵਾਪਸ ਵੀ ਆ ਜਾਂਦੀ ਹੈ ਤਾਂ ਵੀ। ਤੀਸਰੀ ਚੀਜ਼, ਤੁਹਾਡੀ +2 ਹੈਗੀ ਹੈ 2020-2021, ਤੁਹਾਡਾ ਰਿਜੈਕਸ਼ਨ ਹੈਗੀ ਹੈ ਕੈਨੇਡਾ ਦੀ, ਤੁਹਾਡੀ ਰਿਜੈਕਸ਼ਨ ਹੈਗੀ ਹੈ US ਦੀ, ਤੁਹਾਡੀ ਰਿਜੈਕਸ਼ਨ ਹੈਗੀ UK ਦੀ ਵੀ, ਚਾਹੇ ਬਿਲਕੁਲ ਪਰਵਾਹ ਨਹੀਂ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਆਸਟ੍ਰੇਲੀਆ ਦਾ ਉਹਦੇ ਨਾਲ ਕੋਈ ਤੁਹਾਡੇ ਵੀਜ਼ਾ ਨੂੰ ਫਰਕ ਨਹੀਂ ਪਏਗਾ। ਤੁਹਾਡੇ ਮਾਰਕਸ ਦਾ ਡੈਫੀਨੇਟਲੀ ਫਰਕ ਪੈਣਾ। ਤੁਹਾਡੇ ਮਾਰਕਸ ਜੇ ਘੱਟ ਹੈਗੇ, ਮਾਰਕਸ ਹੈਗੇ 50-52%, 54%, ਦੈਨ ਯੂ ਹੈਵ ਟੂ ਮੇਕ ਸ਼ੋਰ ਤੁਸੀਂ ਪਾਥਵੇ ਦੇ ਬੇਸ ਤੋਂ ਜਾ ਰਹੇ ਹੋ, ਡਿਪਲੋਮਾ ਲੀਡਿੰਗ ਟੂ ਡਿਗਰੀ। ਸੋ ਕੰਸਲਟੈਂਟ ਦਾ ਰੋਲ ਨਾ ਬਹੁਤ ਵਧਣਾ ਇਹਦੇ 'ਚ ਮਨੀਸ਼ ਜੀ। ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ, ਕੈਨੇਡਾ 'ਚ ਕੀ ਹੈ, ਅਸੀਂ $100-125 ਪੇ ਕਰਦੇ ਹਾਂ, ਆਫਰ ਲੈਟਰ ਆ ਜਾਂਦੀ ਹੈ, ਸਾਲ ਦੀ ਫੀਸ ਪੇ ਕੀਤੀ, GIC ਪੇ ਕੀਤਾ, ਅਪਲਾਈ ਕਰ ਦਿੱਤਾ। ਆਸਟ੍ਰੇਲੀਆ 'ਚ ਇੱਕ ਬੜੀ ਵੱਡੀ ਚੀਜ਼ ਹੈ GT ਔਰ E, ਜੈਨੂਇਨ ਟੈਂਪਰੇਰੀ ਐਂਟਰੈਂਟ। ਉਹ ਪਹਿਲਾਂ ਸੈਟੀਸਫਾਈ ਕਰਨਾ ਹੈ ਕਾਲਜ ਜਾਂ ਯੂਨੀਵਰਸਿਟੀ ਨੂੰ, ਸੈਕੰਡਲੀ ਸੈਟੀਸਫਾਈ ਕਰਨਾ ਹੈ ਐਮਬੈਸੀ ਨੂੰ। ਤੁਹਾਡੀ SOP ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਤੁਹਾਡੇ ਫੰਡਸ ਰੋਲ ਪਲੇ ਕਰਦੇ ਹੈਗੇ ਆ, ਤੁਹਾਡਾ ਗੈਪ ਰੋਲ ਪਲੇ ਕਰਦਾ ਹੈਗਾ। ਸਾਰੀ ਚੀਜ਼ ਸੈਟੀਸਫਾਈ ਕਰਦੇ ਹੋ ਦੈਨ ਓਨਲੀ ਵੀਜ਼ਾ ਵਾਲੇ ਪਾਸੇ ਨੂੰ ਤੁਰਦੇ ਹੋ। ਸੋ ਕਿਤੇ ਵੀ ਤੁਹਾਨੂੰ ਡਾਊਟ ਹੋਵੇ, ਨੰਬਰ ਤੁਹਾਡੇ ਕੋਲ ਸਕਰੀਨ ਤੇ ਹੈਗਾ ਜੀ, 9216355355। ਯੂ ਕੈਨ ਕੰਟੈਕਟ ਆਵਰ ਟੀਮ, ਫਿਕਸ ਅਪ ਐਨ ਅਪਾਇੰਟਮੈਂਟ ਵਿਦ ਮੀ, ਜਲੰਧਰ, ਅੰਮ੍ਰਿਤਸਰ, ਕਿਸੇ ਵੀ ਆਫਿਸ ਦੇ ਜਾਂ ਇਸੇ ਨੰਬਰ ਦੇ ਉੱਪਰ ਆਪਣਾ ਪ੍ਰੋਫਾਈਲ WhatsApp ਕਰ ਦਿਓ। ਫਾਈਲ ਕਿਤੋਂ ਵੀ ਲਗਵਾ ਰਹੇ ਹੋ, ਆਈ ਡੋਂਟ ਸੇ ਵੀ ਮੇਰੇ ਕੋਲੋਂ ਹੀ ਲਗਵਾਣੀ ਤਾਂ ਹੀ ਸਲਾਹ ਦੇਵਾਂਗਾ। ਇੱਕ ਵਾਰੀ ਆਪਣਾ ਪ੍ਰੋਫਾਈਲ ਭੇਜ ਕੇ ਸਲਾਹ ਲੈ ਲਓ ਵੀ ਮੈਨੂੰ ਮੇਰਾ ਏਜੰਟ ਇਹ ਦੱਸ ਰਿਹਾ, ਸ਼ੁਡ ਆਈ ਗੋ ਹੈਡ ਔਰ ਨਾਟ। ਮੇਰਾ ਵਾਅਦਾ ਹੈ ਤੁਹਾਡੇ ਨਾਲ, ਮੇਰੀ ਟੀਮ ਔਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਵਧੀਆ ਸਲਾਹ ਜ਼ਰੂਰ ਦੇਵਾਂਗੇ ਉਹਦੇ 'ਚ। ਅੱਛਾ ਤ੍ਰਿਵੇਦੀ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਤੁਸੀਂ ਕਿ ਗੈਪ ਵਾਲੇ ਸਟੂਡੈਂਟ ਜਿਹੜੇ 2017 ਵਾਲੇ ਅਪਲਾਈ ਨਾ ਹੀ ਕਰਨ, ਉਹ ਇਸ ਤੋਂ ਉੱਪਰ +2 2017 ਦੀ ਗੱਲ ਕਰ, ਬੈਚਲਰ ਜਦੋਂ ਆਪਾਂ ਕਰਦੇ 2017 'ਚ ਕੀਤੀ, 18 'ਚ ਕੀਤੀ, 16 'ਚ ਕੀਤੀ ਹੈ, ਤੁਹਾਡੇ ਕੋਲ ਵੈਰੀਫਾਈਬਲ ਵਰਕ ਐਕਸਪੀਰੀਅੰਸ ਤੋਂ ਬਾਅਦ ਹੈਗਾ, ਦੈਟਸ ਓਕੇ ਜੀ। ਸੋ ਇਹਦੇ ਵਿੱਚ ਹੁਣ ਮਿਨੀਮਮ ਆਇਲਟਸ ਸਕੋਰ ਦੀ ਵੀ ਗੱਲ ਕਰ ਲਈਏ ਕਿ 6 ਬੈਂਡ ਹੀ ਚਾਹੀਦੇ ਸਾਨੂੰ ਓਵਰਆਲ, 2 ਚੋਂ 5.5, 1 ਚੋਂ 5.5 ਚਾਹੀਦੇ, ਜਾਂ 5.5 ਵਾਲਾ ਵੀ ਅਪਲਾਈ? ਓਵਰਆਲ ਤੁਹਾਡੇ 6 ਨੇ, 2 ਚੋਂ 5.5 ਨੇ, 3 ਚੋਂ 5.5 ਨੇ, 1 ਚੋਂ 7 ਹੈ, ਓਵਰਆਲ 6 ਹੈ। ਯੂ ਕੈਨ ਅਪਲਾਈ ਆਫਟਰ ਕਲਾਸ 12th। ਬੈਚਲਰ ਤੋਂ ਬਾਅਦ ਅਪਲਾਈ ਕਰ ਰਹੇ ਹੋ 6.5, 6 ਈਚ, 1 ਚੋਂ 5.5 ਹੈਗੇ। ਕੁਝ ਯੂਨੀਵਰਸਿਟੀਜ਼ ਤੁਹਾਨੂੰ ਇੰਗਲਿਸ਼ ਕੋਰਸ ਦੇ ਨਾਲ ਲੈ ਲੈਣਗੀਆਂ, ਓਵਰ 6 ਈਚ ਹੈਗੇ, ਤਾਂ ਵੀ ਕੁਝ ਯੂਨੀਵਰਸਿਟੀਆਂ ਲੈ ਲੈਂਦੀਆਂ ਹੈਗੀਆਂ, ਬਟ ਓਵਰਆਲ 6, 5.5 2, ਉਹਦੇ ਨਾਲ ਬੈਚਲਰਸ ਅਪਲਾਈ ਨਾ ਕਰਿਓ, 5.5 ਓਵਰਆਲ ਦੇ ਨਾਲ +2 ਵਾਲੇ ਅਪਲਾਈ ਨਾ ਕਰਿਓ। ਸਕੋਰ ਨੂੰ ਵਧਾਓ, ਕਿਉਂਕਿ 6 ਬੈਂਡ ਅੱਜ ਕੱਲ ਮਨੀਸ਼ ਜੀ ਨਾਰਮਲ ਹੋ ਗਿਆ। 6 ਬੈਂਡ ਲੈਣੇ ਕੋਈ ਬਹੁਤ ਵੱਡੀ ਗੱਲ ਨਹੀਂ ਰਹਿ ਗਈ ਹੈਗੀ ਹੈ। ਅਸੀਂ ਦੇਖਦੇ ਕੈਨੇਡਾ 'ਚ 6 ਈਚ ਕਿੰਨੇ ਸਾਰੇ ਸਟੂਡੈਂਟ ਲੈ ਕੇ ਬੈਠੇ, ਬਹੁਤ ਲੋਕਾਂ ਨੂੰ ਸੀਟਸ ਨਹੀਂ ਮਿਲ ਰਹੀਆਂ ਕਾਲਜਸ ਦੇ 'ਚ, ਇੰਨਾ ਸਟੂਡੈਂਟ ਬੈਠਾ। ਕੈਨੇਡਾ ਦੀ ਹੁਣ ਰਿਫਿਊਜ਼ਲ ਵਾਲੇ ਸਾਰੇ, ਉਹ ਸਾਰਾ ਬੱਚਾ ਆਸਟ੍ਰੇਲੀਆ ਜਾ ਸਕਦਾ ਜੀ, ਬਿਕਾਜ਼ ਇੱਕ ਓਪਰਚੁਨਿਟੀ ਤੁਹਾਡੇ ਵਾਸਤੇ ਵੇਟ ਕਰ ਰਹੀ ਹੈ। ਆਸਟ੍ਰੇਲੀਆ 'ਚ ਹਾਲਾਤ ਕੀ ਹੈ ਇਸ ਵੇਲੇ, ਜੋ ਮੇਰੇ ਫਰੈਂਡ ਸਰਕਲ ਹੈਗਾ ਆਸਟ੍ਰੇਲੀਆ ਦਾ, ਬਿਜ਼ਨਸ ਵਾਲੇ ਲੋਕ ਹੈਗੇ ਆ, ਦੱਸ ਰਹੇ ਵੀ ਸਾਨੂੰ ਬੰਦੇ ਨਹੀਂ ਮਿਲ ਰਹੇ ਕੰਮ ਕਰਨ ਨੂੰ। ਆਸਟ੍ਰੇਲੀਆ ਦੀ ਗਵਰਨਮੈਂਟ ਦੇ ਵਿੱਚ, ਗਵਰਨਮੈਂਟ ਨੂੰ ਉੱਥੇ ਦੇ ਬਿਜ਼ਨਸਿਸ ਨੇ ਕਹਿੰਦੇ ਨਾ ਗੱਲ 'ਚ ਅੰਗੂਠਾ ਦੇ ਕੇ ਖੁਲਵਾਇਆ ਵੀ ਖੋਲੋ, ਸਾਨੂੰ ਬੰਦੇ ਨਹੀਂ ਮਿਲ ਰਹੇ ਕੰਮ ਕਰਨ ਲਈ। ਬਿਜ਼ਨਸਿਸ ਸਫਰ ਕਰ ਰਹੇ ਆ, ਉੱਥੇ ਲੋਕੀ ਜਿਹੜੇ ਰੈਂਟਲ ਦੇ ਵਿੱਚ ਇੰਨੀ ਇਨਕਮ ਕਰ ਰਹੇ ਸੀ, ਸਟੂਡੈਂਟਸ ਆ ਕੇ ਰਹਿ ਰਹੇ ਸੀਗੇ, ਉਹ ਲੋਕ ਸਫਰ ਕਰ ਰਹੇ ਨੇ। ਸੋ ਦਿਸ ਇਜ਼ ਗੁੱਡ ਟਾਈਮ, ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ। ਔਰ ਇੱਕ ਚੀਜ਼ ਹੋਰ ਜੋ ਅਸੀਂ ਸੁਣੀ ਹੈ ਜੀ ਆਸਟ੍ਰੇਲੀਅਨ ਗਵਰਨਮੈਂਟ ਤੋਂ, PR ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਟੂਡੈਂਟਸ ਨੂੰ ਤਰਜੀਹ ਦਿੱਤੀ ਜਾਏਗੀ ਆਉਣ ਵਾਲੇ ਸਮੇਂ 'ਚ। ਸੋ ਦੇ ਹੈਵ ਸੀਨ ਇਟ ਵੀ ਜਿਹੜਾ ਬੱਚਾ ਪੜ੍ਹ ਕੇ ਇੱਥੋਂ PR ਲਏਗਾ, ਉਹ ਉੱਥੇ ਦੇ ਸਿਸਟਮ 'ਚ ਢਲਿਆ ਹੁੰਦਾ, ਉਹਦੇ ਕੋਲ ਉਹਦੇ ਸਕਸੈਸਫੁਲ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ ਜੀ। ਸੋ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਤ੍ਰਿਵੇਦੀ ਓਵਰਸੀਜ਼ ਤੋਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਨੂੰ ਲੈ ਕੇ ਇਨਫੋਰਮੇਸ਼ਨ ਦੇਣ ਲਈ ਖਾਸ ਤੌਰ ਤੇ ਸੁਕਾਨਦਾਨ ਤ੍ਰਿਵੇਦੀ ਜੀ ਸਾਡੇ ਨਾਲ ਹਾਜ਼ਰ ਨੇ। ਸੋ ਆਸਟ੍ਰੇਲੀਆ ਓਪਨ ਹੋ ਚੁੱਕਾ ਹੈ, 1 ਤਰੀਕ ਤੋਂ ਹੁਣ ਸਟੂਡੈਂਟ ਟਰੈਵਲ ਕਰ ਸਕਦੇ ਨੇ, ਜਿਨ੍ਹਾਂ ਦੇ ਵੀਜ਼ਾਸ ਨਿਕਲ ਚੁੱਕੇ ਨੇ, ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਸੀ, ਉਹ ਵੀ ਉੱਥੇ ਹੁਣ ਟਰੈਵਲ ਕਰ ਸਕਦੇ ਆ। ਜਿਨ੍ਹਾਂ ਦੇ ਵੀਜ਼ਾਸ ਆਏ ਆ, ਕਿਸੇ ਨੇ 6 ਮਹੀਨੇ ਪੜ੍ਹਾਈ ਪੜ੍ਹ ਲਈ, ਕਿਸੇ ਨੇ ਸਾਲ ਦੀ ਪੜ੍ਹਾਈ ਤੇ ਪੜ੍ਹ ਲਈ, ਉਹ ਵੀ ਟਰੈਵਲ ਕਰ ਸਕਦੇ ਆ। ਔਰ ਨਵੇਂ ਐਪਲੀਕੈਂਟਸ ਜਿਹੜੇ ਕੈਨੇਡਾ ਤੋਂ ਰਿਫਿਊਜ਼ ਆ, US ਤੋਂ ਰਿਫਿਊਜ਼ ਆ, ਜਾਂ ਫਸਟ ਟਾਈਮ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਸਿਰਫ ਇਹੀ ਵੇਟ ਕਰ ਰਹੇ ਸੀ ਕਦੋਂ ਆਸਟ੍ਰੇਲੀਆ ਖੁੱਲੇ ਤੇ ਅਸੀਂ ਅਪਲਾਈ ਕਰੀਏ, ਉਹ ਸਾਰੇ ਸਟੂਡੈਂਟ ਹੁਣ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ। ਵੀਜ਼ਾ ਲੈ ਕੇ, ਵੀਜ਼ੇ ਲੈਣ ਤੋਂ ਬਾਅਦ ਟਰੈਵਲ ਕਰ ਸਕਦੇ ਆ। ਸਭ ਤੋਂ ਵੱਡੀ ਰਿਸਟ੍ਰਿਕਸ਼ਨ ਕੀ ਸੀ? ਟਰੈਵਲ ਨਹੀਂ ਹੋ ਪਾ ਰਿਹਾ ਸੀ, ਹੁਣ ਆਸਟ੍ਰੇਲੀਆ ਟਰੈਵਲ ਕਰ ਸਕਦੇ ਹੋ। ਔਰ ਜਿਵੇਂ ਤ੍ਰਿਵੇਦੀ ਸਾਹਿਬ ਨੇ ਦੱਸਿਆ ਕਿ ਹੁਣ ਪਹਿਲੀ ਕਤਾਰ ਦੇ ਵਿੱਚ ਜਿਹੜੇ ਅਪਲਾਈ ਕਰਨਗੇ, ਸਟਾਰਟਿੰਗ ਦੇ ਵਿੱਚ ਅਪਲਾਈ ਕਰਨਗੇ, ਪਰ ਗੱਫੇ ਜਿਹੜੇ ਆਸਟ੍ਰੇਲੀਆ ਦੇ ਵੀਜ਼ੇ ਮਿਲਣ ਵਾਲੇ, ਪਰ ਇੱਕੋ ਸ਼ਰਤ ਆ, ਪ੍ਰੋਫਾਈਲ ਦੀ ਐਲੀਜੀਬਿਲਿਟੀ ਬਣਦੀ ਹੈ, ਸਿਰਫ ਤਾਂ ਹੀ ਅਪਲਾਈ ਕਰਨਾ ਹੈ। ਇਸ ਗੱਲਾਂ 'ਚ ਨਹੀਂ ਹੋਣਾ ਜੀ ਸ਼ੁਰੂਆਤ 'ਚ ਅਪਲਾਈ ਕਰ ਦਿਓ, ਵਿਦਆਊਟ ਆਇਲਸ ਅਪਲਾਈ ਕਰ ਦਿਓ, 5.5 ਬੈਂਡ ਤੇ ਅਪਲਾਈ ਕਰ ਦਿਓ ਨਾ। ਓਵਰਆਲ 6 ਬੈਂਡ ਚਾਹੀਦੇ ਆ। +2 2019, 20, 21 'ਚ ਪਾਸ ਕੀਤੀ ਹੈ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। 2-4 ਗੱਲਾਂ ਨਾ ਮਨੀਸ਼ ਜੀ ਇੱਥੇ ਹੋਰ ਦੇਖਣ ਵਾਲੀਆਂ ਹੈਗੀਆਂ। ਜਦੋਂ ਵੀ ਕੋਈ ਕੰਟਰੀ
ਵੱਡੇ ਪੱਧਰ ਤੇ ਕਿਸੇ ਕੰਟਰੀ 'ਚੋਂ ਸਟੂਡੈਂਟਸ ਦਾ ਟ੍ਰੈਫਿਕ ਲੈ ਕੇ ਜਾਂਦਾ, ਕੁਝ ਦੇਖਣਾ ਪੈਂਦਾ। ਦੇਖੋ ਹੁਣ ਆਸਟ੍ਰੇਲੀਆ ਦੇ ਔਰ ਇੰਡੀਆ ਦੇ ਰਿਸ਼ਤੇ ਪਿਛਲੇ 1 ਸਾਲ ਦੇ ਵਿੱਚ ਬਹੁਤ ਇੰਪਰੂਵ ਹੋਏ। ਆਸਟ੍ਰੇਲੀਆ ਦਾ ਚਾਈਨਾ ਦੇ ਨਾਲ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਖਟਾਸ ਆਈ ਹੈ। ਇੰਡੀਆ ਨਾਲ ਉਹਨਾਂ ਦੇ ਰਿਸ਼ਤੇ ਬਹੁਤ ਸੁਧਰੇ ਨੇ। ਈਵਨ ਜਿਹੜਾ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਸਕਾਟ ਮੋਰਿਸਨ, ਉਹ ਹਰ ਹਫਤੇ 10 ਦਿਨੀ ਕਿਸੇ ਨਾ ਕਿਸੇ ਇੰਡੀਅਨ ਡਿਸ਼ ਦੇ ਨਾਲ ਆਪਣੀ ਫੋਟੋ ਪਾਉਂਦੇ ਨੇ ਟਵਿੱਟਰ ਦੇ ਉੱਪਰ। ਸਾਡੀ ਗਵਰਨਮੈਂਟ ਨਾਲ ਉਹਨਾਂ ਦੇ ਰਿਸ਼ਤੇ ਬਹੁਤ ਵਧੀਆ ਨੇ। ਕੁਆਂਟਾਸ ਨੇ ਦਿੱਲੀ ਮੈਲਬਨ ਡਾਇਰੈਕਟ ਫਲਾਈਟ ਸ਼ੁਰੂ ਕਰ ਲਈ ਹੈ ਦਸੰਬਰ ਤੋਂ। ਸੋ ਇਹ ਸਾਰੀਆਂ ਚੀਜ਼ਾਂ ਕਿਸ ਪਾਸੇ ਸੰਕੇਤ ਦੇ ਰਹੀਆਂ? ਦੈਟ ਦਿਸ ਗੋਨਾ ਬੀ ਹਿਊਜ ਸ਼ਿਫਟ। बड़ा अच्छा खासा ट्रैफिक इंडिया तो ऑस्ट्रेलिया, ऑस्ट्रेलिया तो इंडिया च मूव करेगा। और ऑस्ट्रेलिया और इंडिया जी स्ट्रैटेजिक पार्टनरशिप हुई है सरकारां नूं लैके, वो स्टूडेंट वीज़ा विच भी ट्रांसलेट डेफिनेटली होएगी। सो एवरीथिंग पॉजिटिव गोइंग ऑन फॉर ऑस्ट्रेलिया राइट नाउ। दिस इज द बेस्ट टाइम। बड़ा कह लो भी 1.5 साल की तपस्या तो बाद दोबारा घड़ी आई है। सो लैट्स लिव इट, इनू वधिया तरीके नाल करिए। सिस्टम नूं अब्यूज़, मैनूं तुहानूं यही रिक्वेस्ट है कि अब्यूज़ ना करियो। जिहड़े सिस्टम नूं अब्यूज़ करदे उन्हां नूं रिपोर्ट भी करो। बिल्कुल उस चक्कर नहीं पैना, बिकॉज जदों सिस्टम अब्यूज़ होएगा फिर सिस्टम फिर दोबारा तो क्लोज होएगा। तुहाडे लोग जिहड़े जाना चाहते ने, जिहड़े क्वालीफाई करते ने, जेन्युइन ने, वो भी सफर करनगे जे सिस्टम ने तुहानूं अब्यूज़ कीता। अच्छा त्रिवेदी साहब, 2 छोटे-छोटे सवाल आ। एक तो जो आस्ट्रेलिया चलता सी, हर कंसल्टेंट कहता जी असैसमेंट लैवल 1 दी यूनीवर्सिटी जाओ, इंडिया असैसमेंट लैवल इन्ने च 2 च। हुण 1.5 साल तो चुप बैठे सी, कोई वीज़ा आ रहे सी बट ट्रैवल नहीं कर पा रहे सी। अज दे हालात की है? इंडिया किहड़ी कैटेगरी च है और किहड़ी कैटेगरी दी यूनीवर्सिटी च अप्लाई करना चाहिए? पहला सवाल। दूसरा सवाल, जो स्पाउस केस ते अप्लाई करना है, हुण यूके दे विच कहंदे कि मेन एप्लीकेंट शुड बी ग्रेजुएट। जेकर तुसीं मास्टर कोर्स ते जा रहे हो तो स्पाउस नूं नाल लैके जा सकदे हो। स्पाउस दी क्वालिफिकेशन चाहे 10th पास होवे चाहे अनपढ़ होवे। आस्ट्रेलिया दे विच की है? ओदी आस्ट्रेलिया विच डिपेंडेंट दी क्वालिफिकेशन की चाहिए? ਇਹਦੇ 'ਚ ਨਾ ਸਪਾਊਸ ਦੀ ਕੁਆਲੀਫਿਕੇਸ਼ਨ ਦੀ ਗੱਲ ਕੀਤੀ, ਸ਼ਾਦੀ ਕਿੰਨੀ ਪੁਰਾਣੀ ਹੋਣੀ ਚਾਹੀਦੀ ਸਪਾਊਸ ਦੀ, ਜਦੋਂ ਆਪਾਂ ਗੱਲ ਕਰ ਰਹੇ ਹਾਂ। These rules are different from university to university। कोई यूनिवर्सिटी तुहाडे स्पाउस ਦੀ ਕੋਈ ਕੁਆਲੀਫਿਕੇਸ਼ਨ ਮੰਗਦੀ ਨਹੀਂ ਹੈਗੀ ਹੈ। ਕੋਈ ਯੂਨੀਵਰਸਿਟੀ ਕਹਿੰਦੀ ਵੀ ਮੈਨੂੰ ਘੱਟੋ ਘੱਟ ਬੈਚਲਰ ਤੁਹਾਡੇ ਸਪਾਊਸ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ, ਓਨਲੀ ਦੈਨ ਵਿਲ ਅਲਾਉ ਯੂ। ਕੋਈ ਯੂਨੀਵਰਸਿਟੀ ਕਹਿੰਦੀ ਤੁਹਾਡੀ ਸ਼ਾਦੀ ਸਾਨੂੰ 1 ਸਾਲ ਤੋਂ ਜ਼ਿਆਦਾ ਪੁਰਾਣੀ ਚਾਹੀਦੀ ਹੈ। ਕੋਈ ਯੂਨੀਵਰਸਿਟੀ ਕਹਿੰਦੀ ਵੀ ਆਰ ਨਾਟ ਬੋਦਰਡ, ਤੁਹਾਡੀ ਸ਼ਾਦੀ 2 ਮਹੀਨੇ ਪੁਰਾਣੀ ਵੀ ਹੈਗੀ ਹੈ, ਦੈਟਸ ਫਾਈਨ। ਇਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਹੈ। ਯੂਨੀਵਰਸਿਟੀਜ਼ ਆਰ ਫ੍ਰੀ ਟੂ ਇੰਪਲੀਮੈਂਟ देयर रूल्स। ਸਰਕਾਰ ਵੱਲੋਂ ਜੇ ਆਪਾਂ ਇਮੀਗ੍ਰੇਸ਼ਨ ਆਸਟ੍ਰੇਲੀਆ ਦੀ ਗੱਲ ਕਰਦੇ ਹੈਗੇ, ਇਹੋ ਜਿਹੇ ਕੋਈ ਰੂਲਸ ਨਹੀਂ ਹੈਗੇ। ਤੁਹਾਡੀ ਸ਼ਾਦੀ ਮਹੀਨਾ ਪੁਰਾਣੀ ਹੈ, ਤੁਹਾਡੀ ਸ਼ਾਦੀ 4 ਸਾਲ ਪੁਰਾਣੀ ਹੈ, ਇਕੁਅਲ ਚਾਂਸਸ। ਵੀਜ਼ਾ ਦੋਨੋਂ ਜਾਣੇ ਅਪਲਾਈ ਕਰ ਸਕਦੇ, ਲੱਗਣਾ ਦੋਨਾਂ ਦਾ ਲੱਗਣਾ, ਨਹੀਂ ਲੱਗੇਗਾ ਤੇ ਕਿਸੇ ਦਾ ਵੀ ਰਿਜੈਕਟ ਕਰ ਸਕਦੇ। ਸਪਾਊਸ ਦੀ ਕੁਆਲੀਫਿਕੇਸ਼ਨ, ਇੱਕ ਤੁਹਾਨੂੰ ਰਾਜ ਦੀ ਗੱਲ ਦੱਸਦਾ, ਤੁਹਾਡੀ ਐਪਲੀਕੇਸ਼ਨ ਦੇ ਵਿੱਚ ਸਪਾਊਸ ਦੀ ਕੁਆਲੀਫਿਕੇਸ਼ਨ ਕਿਤੇ ਵੀ ਐਡ ਹੀ ਨਹੀਂ ਹੁੰਦੀ। ਜਦੋਂ ਆਪਾਂ ਐਮਬੈਸੀ ਨੂੰ ਫਾਈਲ ਲਗਾਉਂਦੇ ਆ, ਸਪਾਊਸ ਦੀ ਕੁਆਲੀਫਿਕੇਸ਼ਨ ਕਿਤੇ ਉਹਦੇ ਡਾਕੂਮੈਂਟਸ ਲੱਗਦੇ ਹੀ ਨਹੀਂ, ਉਹ ਕਿਤੇ ਆਂਦੀ ਹੀ ਨਹੀਂ। ਠੀਕ ਹੈ ਜੀ। ਸੋ ਇਹ ਰੂਲਸ ਡਿਪੈਂਡਸ ਔਨ ਯੂਨੀਵਰਸਿਟੀ ਟੂ ਯੂਨੀਵਰਸਿਟੀ। ਤੁਸੀਂ ਉਸ ਯੂਨੀਵਰਸਿਟੀ ਜਾ ਰਹੇ ਜਿਹੜੀ ਇਸ ਰੂਲ ਨੂੰ ਮੰਨਦੀ ਹੈ, ਦੈਨ ਯੂ ਹੈਵ ਟੂ ਸੈਟੀਸਫਾਈ them। ਬਾਕੀ ਗੱਲ ਰਹਿ ਗਈ ਜਿਹੜੀ ਅਸੈਸਮੈਂਟ ਲੈਵਲ ਦੀ। ਜੀ, ਯੂਨੀਵਰਸਿਟੀਜ਼ ਜਿਹੜੀਆਂ ਅਸੈਸਮੈਂਟ ਲੈਵਲ 1 ਵਾਲੀਆਂ ਹੈਗੀਆਂ ਉਹਨਾਂ ਦੇ ਵੀਜ਼ਾਸ ਨਿਕਲਦੇ ਠੀਕ ਹੈ। ਅਸੈਸਮੈਂਟ ਲੈਵਲ 2 ਵਾਲੀਆਂ ਹੈਗੀਆਂ ਉਹਨਾਂ ਦੇ ਵੀਜ਼ਾਸ ਵੀ ਬਹੁਤ ਵਧੀਆ ਨਿਕਲ ਰਹੇ ਨੇ, ਬੜੇ ਵਧੀਆ ਤਰੀਕੇ ਨਾਲ ਨਿਕਲ ਰਹੇ ਨੇ। ਔਰ ਇੰਡੀਆ ਇਜ਼ ਸਟਿਲ ਇਨ ਦ ਸੇਮ ਅਸੈਸਮੈਂਟ ਲੈਵਲ। ਸੋ ਇੰਡੀਆ ਦੇ ਅਸੈਸਮੈਂਟ ਲੈਵਲ ਨੂੰ ਕੋਈ ਫਰਕ ਨਹੀਂ ਪਿਆ ਹੈਗਾ। ਯੂਨੀਵਰਸਿਟੀਜ਼ ਦੇ ਲੈਵਲ ਦੇ ਨਾਲ ਵੀਜ਼ਾਸ ਦੀ ਕਹਿ ਲਓ ਵੀ ਫਾਰਮੈਲਿਟੀਜ਼ ਕੀ ਰਹਿੰਦੀਆਂ ਹੈਗੀਆਂ। ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਆਪਾਂ ਅਪਲਾਈ ਕਰਦੇ ਹਾਂ, ਫਾਰਮੈਲਿਟੀਜ਼ ਘੱਟ ਜਾਂਦੀਆਂ, ਐਮਬੈਸੀ 'ਚ ਲਗਾਉਣ ਵਾਲੇ ਡਾਕੂਮੈਂਟਸ ਘੱਟ ਜਾਂਦੇ ਨੇ। ਲੈਵਲ 2 ਥੋੜੇ ਡਾਕੂਮੈਂਟਸ ਵੱਧਦੇ ਨੇ। ਵੀਜ਼ਾ ਦੇ ਸਕਸੈਸ ਨੂੰ ਅਸੀਂ ਇਹਦੇ ਨਾਲ ਜੋੜ ਕੇ ਟੈਕਨੀਕਲੀ ਨਹੀਂ ਦੇਖ ਸਕਦੇ। ਇਹ ਤੁਹਾਡੀ ਚੋਇਸ ਹੈਗੀ, ਤੁਸੀਂ ਕਿਹੜੀ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦੇ ਹੋ। ਵੀ ਐਟ ਤ੍ਰਿਵੇਦੀ ਓਵਰਸੀਜ਼ ਹੈਵ ਆਲ ਦ ਯੂਨੀਵਰਸਿਟੀਜ਼ ਵਿਦ ਅਸ। ਤੁਸੀਂ ਲੈਵਲ 1 'ਚ ਪੜ੍ਹਨਾ ਚਾਹੁੰਦੇ ਹੋ, UNSW ਵਰਗੀ ਤਗੜੀ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦੇ ਹੋ, ਮੈਲਬਨ ਯੂਨੀ 'ਚ ਪੜ੍ਹਨਾ ਚਾਹੁੰਦੇ ਹੋ, ਤੁਸੀਂ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ 'ਚ ਪੜ੍ਹਨਾ ਚਾਹੁੰਦੇ ਹੋ, ਵਿਕਟੋਰੀਆ ਯੂਨੀਵਰਸਿਟੀ ਵਰਗੀ ਟੌਪ ਐਂਡ ਯੂਨੀਵਰਸਿਟੀਜ਼ ਪੜ੍ਹਨਾ ਚਾਹੁੰਦੇ, ਸਾਰੀਆਂ ਲੈਵਲ 1 ਦੀਆਂ ਹੈਗੀਆਂ। ਟੋਰੈਂਸ ਯੂਨੀਵਰਸਿਟੀ ਦੀ ਗੱਲ ਕਰਾਂ, ਜਿਸ ਪਿਛਲੇ ਸਾਲ ਬਹੁਤ ਵੀਜ਼ਾਸ ਲਗਵਾਏ ਸੀ, ਉਹ ਇਸ ਵੇਲੇ ਲੈਵਲ 2 ਹੈਗੀ ਹੈ। ਬਟ ਦੇ ਆਰ ਆਫਰਿੰਗ ਯੂ ਕੋਰਸਿਸ ਇਨ ਐਡਲੇਡ, ਦੇ ਆਰ ਆਫਰਿੰਗ ਇਨ ਬ੍ਰਿਸਬਨ, ਦੇ ਆਰ ਆਫਰਿੰਗ ਇਨ ਮੈਲਬਨ, ਸਿਡਨੀ, ਇਹ ਸਭ ਜਗ੍ਹਾ ਕੈਂਪਸ ਹੈਗੇ ਟੋਰੈਂਸ ਦੇ। ਇਸ ਵੇਲੇ ਲੈਵਲ 2 ਹੈ, ਬਟ ਦੈਟ ਡਜ਼ਨਟ ਮੀਨ ਵੀ ਟੋਰੈਂਸ ਦੇ ਵੀਜ਼ਾਸ ਨਹੀਂ ਲੱਗਣੇ। ਬਿਲਕੁਲ ਲੱਗਣੇ, ਬੜੇ ਵਧੀਆ ਤਰੀਕੇ ਨਾਲ। ਹੁਣ ਵੀ ਮੇਰੇ ਕੋਲ ਆ ਰਹੇ ਨੇ ਟੋਰੈਂਸ ਦੇ ਵੀਜ਼ਾ। ਯੈਸ, ਥੋੜੀ ਫਾਰਮੈਲਿਟੀਜ਼ ਵੱਧ ਜਾਂਦੀਆਂ ਹੈਗੀਆਂ, ਥੋੜੇ ਡਾਕੂਮੈਂਟਸ ਦੀ ਲਿਸਟ ਵੱਧ ਜਾਂਦੀ ਹੈ। ਦੈਟ ਇਜ਼ ਇਟ जी। सो त्रिवेदी साहब, एक कॉलर सारे हो जुड़ चुके हैं और मैंने लगता किसी टेक्निकल फॉल्ट करके कॉल कट्टी गई है। अब आप कंटिन्यू करते हैं आस्ट्रेलिया ਨੂੰ। ਆਸਟ੍ਰੇਲੀਆ ਦੇ ਵਿੱਚ ਹੁਣ ਅਗਰ ਕੋਈ ਅਪਲਾਈ ਕਰਦਾ ਹੈ ਤੇ ਕਿੰਨਾ ਪ੍ਰੋਸੈਸ ਕਿੰਨਾ ਕਰੇਗਾ ਵੀਜ਼ਾ ਤੱਕ ਪਹੁੰਚਣ ਦਾ? ਦੇਖੋ ਅਗੇਨ ਮਨੀਸ਼ ਜੀ, ਇਟ ਇਜ਼ ਵੈਰੀ ਸਬਜੈਕਟਿਵ, ਡਿਪੈਂਡਸ ਔਨ ਯੂਨੀਵਰਸਿਟੀ ਟੂ ਯੂਨੀਵਰਸਿਟੀ। ਕਾਲ ਲੈ ਲੈਣੇ ਜੀ ਪਹਿਲਾਂ ਵੀ ਇਹਨਾਂ ਦੀ। ਸੋ ਕਾਲ ਲੈ ਲਈ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਤਰਨ ਤੋਂ ਗੱਲ ਕਰ ਰਿਹਾ ਜੀ। ਸਵਾਲ ਪੁੱਛੋ ਸਰ। ਐਕਚੁਅਲੀ ਮੈਂ ਨਾ +2 2020 ਚ ਪਾਸ ਆਊਟ ਆ। ਠੀਕ ਹੈ। 63% ਨੰਬਰ ਸੀਗੇ ਮੇਰੇ। ਆਇਲਸ 6 ਬੈਂਡ ਹੈ ਤੇ 2 ਚ 5.5 ਸੀਗੇ ਸਰ। ਓਕੇ, ਓਵਰਆਲ 6 2 5.5 ਹੈ। ਕੈਨੇਡਾ ਸਰ ਮੈਂ ਰਿਫਿਊਜ਼ ਆ। ਠੀਕ ਹੈ। ਰੀਸੈਂਟਲੀ
ਰਿਫਿਊਜ਼ ਹੋਇਆ। ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਕਿਤੇ ਹੋਰ ਜਾਣਾ ਚਾਹੁੰਦੇ ਹੋ? ਸਰ ਆਸਟ੍ਰੇਲੀਆ ਦਾ ਪੁੱਛਣਾ ਸੀਗਾ, ਹੋ ਸਕਦਾ? ਜੀ 63% ਨੰਬਰ ਹੈ ਜੀ +2 ਵੀ। ਬਿਲਕੁਲ ਜੀ ਪਰਫੈਕਟ ਕੇਸ ਹੈਗਾ। ਅਗੇਨ ਆਸਟ੍ਰੇਲੀਆ ਵਿਲ ਵੈਲਕਮ ਸੱਚ ਕਾਈਂਡ ਆਫ ਸਟੂਡੈਂਟਸ। ਕੈਨੇਡਾ ਤੋਂ ਰਿਫਿਊਜ਼ ਹੋਣਾ ਕੋਈ ਪਾਪ ਨਹੀਂ ਕਰ ਲਿਆ ਸੀ, ਕੈਨੇਡਾ ਤੋਂ ਰਿਫਿਊਜ਼ ਹੋ ਗਏ ਤੇ ਕੋਈ ਤੁਹਾਡੇ ਤੇ ਕਾਲਾ ਨਿਸ਼ਾਨ ਨਹੀਂ ਲੱਗਿਆ ਵੀ ਕਿਤੇ ਹੋਰ ਨਹੀਂ ਜਾ ਸਕਦੇ ਹੋ। ਕੈਨੇਡਾ ਨੇ ਦੱਬ ਕੇ ਰਿਫਿਊਜ਼ਲਸ ਦਿੱਤੀਆਂ ਨੇ, ਸਮਟਾਈਮਸ ਵਿਦਆਊਟ ਐਨੀ ਲੌਜਿਕ ਵੀ ਦਿੱਤੀਆਂ ਹੈਗੀਆਂ ਨੇ। 6 ਈਚ ਵਾਲੇ ਵੀ ਮੈਂ ਦੇਖੇ ਰਿਫਿਊਜ਼ ਹੁੰਦੇ ਹੋਏ ਜੀ। ਸੋ ਆਲ ਥੀਸ ਗਾਇਜ਼, ਜੇ ਤੁਹਾਡਾ ਕੈਨੇਡਾ ਤੋਂ ਰਿਫਿਊਜ਼ ਹੋਇਆ, ਇਹੋ ਜਿਹੇ ਵਿਚਾਰੇ ਦੇਖੋ ਲੱਖ ਸਵਾ ਲੱਖ ਘਰਦਿਆਂ ਦਾ ਖਰਾਬ ਵੀ ਹੋ ਗਿਆ ਹੋਣਾ ਐਂਡ 5-6 ਮਹੀਨੇ ਟਾਈਮ ਵੀ ਵੇਸਟ ਹੋਇਆ ਨਾ। ਸੋ ਇਹੋ ਜਿਹੇ ਸਾਰੇ ਲੋਕਾਂ ਨੂੰ ਸੱਦਾ ਹੈਗਾ, ਯੂ ਕੰਟੈਕਟ ਅਸ 9216355355 ਆਪਣੇ ਪ੍ਰੋਫਾਈਲਸ ਭੇਜੋ ਸਾਨੂੰ WhatsApp ਤੇ, ਵਿਲ ਬੀ ਵੈਰੀ ਹੈਪੀ ਟੂ ਕੰਟੈਕਟ ਯੂ ਬੈਕ। ਆਸਟ੍ਰੇਲੀਆ ਇਜ਼ ਓਪਨ ਨਾਓ, ਤੁਹਾਡੇ ਸੁਪਨਿਆਂ ਦਾ ਕੰਟਰੀ ਆਸਟ੍ਰੇਲੀਆ ਖੁੱਲਾ ਐਂਡ ਯੂ ਗਾਇਜ਼ ਕੈਨ ਟਰੈਵਲ ਦੇਅਰ। ਕੀ ਪੁੱਛਣਾ ਚਾਹੁੰਦੇ ਹੋ ਸਰ ਕਿੰਨੇ % ਚਾਂਸਸ ਨੇ ਆਸਟ੍ਰੇਲੀਆ ਦੇ? ਬੇਟਾ ਇਹੋ ਜਿਹਾ ਕੋਈ ਮੈਥਮੈਟਿਕਸ ਨਹੀਂ ਹੁੰਦਾ ਵੀ ਚਾਂਸਸ ਤੁਹਾਨੂੰ ਮੈਂ ਦੱਸ ਸਕਾਂ, ਬਟ ਇਟਸ ਗੁੱਡ। ਤੁਹਾਡਾ ਪ੍ਰੋਫਾਈਲ ਠੀਕ ਠਾਕ ਹੈਗਾ, ਐਕਸੈਪਟੇਬਲ ਹੈਗਾ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਨੂੰ, ਐਂਡ ਵੀਜ਼ਾ ਤੇ ਅੱਗੇ ਦੇਖੋ ਰੱਬ ਦੇ ਹੱਥ ਜਾਂ ਐਮਬੈਸੀ ਦੇ ਹੱਥ ਹੈਗਾ। ਸੋ ਬਟ your profile is good, you may end up getting visa, but ਕਿੰਨੇ % ਚਾਂਸਸ ਨੇ, ਇਹੋ ਜਿਹਾ ਮੈਥਮੈਟਿਕਸ ਕੋਈ ਨਹੀਂ ਹੈਗਾ। ਇੱਕ ਮਨੀਸ਼ ਜੀ, ਦੋਸਤਾਂ ਨੂੰ ਥੋੜਾ ਮੈਨੂੰ ਪਤਾ ਯੂ ਆਰ ਆਲਸੋ ਸ਼ਾਰਟ ਆਫ ਟਾਈਮ, ਇੱਕ ਸਲਾਹ ਜ਼ਰੂਰ ਦਵਾਂਗਾ, ਕਦੀ ਵੀ ਕਿਸੇ ਨੂੰ ਇਹ ਨਾ ਪੁੱਛੋ ਵੀ ਯਾਰ ਮੇਰੇ ਚਾਂਸਸ ਕਿੰਨੇ % ਹੈਗੇ ਨੇ। ਨੋਬਡੀ ਨੋਜ਼। ਝੂਠ ਬੜੇ ਸਾਰੇ ਲੋਕ ਬੋਲ ਦੇਣਗੇ 99% 100% ਜੀ ਲੱਗਿਆ ਪਿਆ ਤੇਰਾ ਵੀਜ਼ਾ। ਨੋਬਡੀ ਨੋਜ਼। ਸਮਟਾਈਮਸ a very good profile gets declined, sometime a very average profile gets the visa। ਕਿਸੇ ਵੇਲੇ ਸਾਨੂੰ ਉਮੀਦ ਵੀ ਨਹੀਂ ਹੁੰਦੀ ਵੀਜ਼ਾ ਲੱਗ ਜਾਂਦਾ, ਕਿਸੇ ਵੇਲੇ ਬਹੁਤ ਉਮੀਦ ਹੁੰਦੀ ਹੈ ਤੇ ਰਿਜੈਕਟ ਹੀ ਨਹੀਂ ਹੋ ਸਕਦਾ, ਉਹ ਰਿਜੈਕਟ ਵੀ ਹੋ ਜਾਂਦਾ। ਸੋ ਇਹੋ ਜਿਹਾ ਕੋਈ ਮੈਥਮੈਟਿਕਸ ਨਹੀਂ ਹੈਗਾ ਜੀ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਤ੍ਰਿਵੇਦੀ ਓਵਰਸੀਜ਼ ਤੋਂ ਅੱਜ ਸੁਖਾਂਤ ਨੈਨ ਤ੍ਰਿਵੇਦੀ ਹੁਣਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਸੋ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਕਾਲਸ ਅਸੀਂ ਲਈਆਂ ਜਿਹੜੇ ਆਲਰੇਡੀ ਕੈਨੇਡਾ ਤੋਂ ਰਿਫਿਊਜ਼ ਸੀ, US ਤੋਂ ਰਿਫਿਊਜ਼ ਸੀ ਔਰ ਆਸਟ੍ਰੇਲੀਆ ਜਾਣਾ ਚਾਹੁੰਦੇ ਆ। ਸੋ ਆਸਟ੍ਰੇਲੀਆ ਇੱਕ ਵਾਰ ਫਿਰ ਤੋਂ ਓਪਨ ਹੋ ਚੁੱਕਾ ਹੈ। ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਆਸਟ੍ਰੇਲੀਆ ਕਦੋਂ ਓਪਨ ਹੋਊਗਾ, ਕਦੋਂ ਓਪਨ ਹੋਊਗਾ। ਇੰਤਜ਼ਾਰ ਖਤਮ ਹੋਇਆ, ਆਸਟ੍ਰੇਲੀਆ ਓਪਨ ਹੋ ਚੁੱਕਾ ਹੈ। ਤੁਹਾਡੇ ਕੋਲ ਆਲਰੇਡੀ ਆਸਟ੍ਰੇਲੀਆ ਦਾ ਵੈਲਿਡ ਵੀਜ਼ਾ ਹੈਗਾ ਤੇ ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਨਹੀਂ ਵੀਜ਼ਾ ਹੈਗਾ, ਤੁਰੰਤ ਤ੍ਰਿਵੇਦੀ ਓਵਰਸੀਜ਼ ਨੂੰ ਸੰਪਰਕ ਕਰਕੇ ਵੀਜ਼ਾ ਅਪਲਾਈ ਕਰੋ। ਔਰ ਨੰਬਰ ਅਸੀਂ ਟੀਵੀ ਸਕਰੀਨ ਤੇ ਆਲਰੇਡੀ ਚਲਾ ਰਹੇ ਹਾਂ, 9216355355। ਇਸ ਨੰਬਰ ਤੇ ਕਾਲ ਕਰਕੇ ਆਪਣਾ ਪ੍ਰੋਫਾਈਲ ਡਿਸਕਸ ਕਰੋ ਔਰ ਆਪਣੇ ਆਸਟ੍ਰੇਲੀਆ ਜਾਣ ਦੇ ਸੁਪਨੇ ਪੂਰੇ ਕਰੋ। ਔਰ WhatsApp ਵੀ ਕਰ ਸਕਦੇ ਹੋ ਇਸ ਨੰਬਰ ਤੇ ਆਪਣਾ ਪ੍ਰੋਫਾਈਲ, ਤਾਂ ਕਿ WhatsApp ਤੇ ਵੀ ਤੁਹਾਨੂੰ ਆਨਸਰ ਦਿੱਤਾ ਜਾ ਸਕੇ। ਤ੍ਰਿਵੇਦੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਰਦਾ। ਥੈਂਕ ਯੂ ਜੀ।